गुरु जी दी साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां सतगुरां ने गुरबाणी गुरु विच उपदेश बख्शिश कीता, जो भी सतगुरु आपां समझा रहे गुरबाणी गुरु विच, आपां जो महापुरखां ने सारा ही ज्ञान समझन गोचरा कराया। भाई साहब भाई सेवा सिंह जी धर्माला, गुरमुखां दा अज जन्म दिहाड़ा है। अपने सारे ही परिवार नूं अज दे दिहाड़े की लख लख वधाई होवे। ते जो आपां नूं महापुरखां ने गुरबाणी गुरु द्वारा समझाए, जो आपां नूं भेद दिता भी जदों सानूं ऐसे महापुरखां दा, संतां दा, साधुआं दा संग हुंदा, जदों सानूं साध संगत मिलदी, फिर साध संगत दे विच जाके सानूं हीरे मोती जिहड़े रतन वो लभदे। मारे ही फरमाउंदे ने, गुर साधु संगत मिले हीरे रतन लभन। हुण हीरे की ने, रतन की ने? साधुआं दे वचन, संतां दे वचन, गुरबाणी गुरु गुरु साहिबानां दे भगतां दे वचन, ये हीरे मोती लाल ने। जे असीं गुरबाणी गुरु नूं ध्यान दे नाल सुणांगे, सुन के मनांगे, विचारांगे, कमावांगे, ते साडा जिहड़ा मन है इहदा पार उतारा हो जी, ये सदा वास्ते सुखी हो जी। महाराज इसलिए फरमाउंदे, भगत भंडार गुरबाणी लाल, गावत सुनत कमावत निहाल। बई गुरबाणी गुरु विच ये भंडारा है, ये लाल ने, रतन ने। जदों असीं फिर साध संगत दे विच आउंदे हां, साध संगत दे विच आउंदे हां, फिर ही सानूं रतन मिलदे, हीरे मिलते, लाल मिलते। हुण महाराज कहंदे, जे तां हुण जीव गाहक होवे हीरियां दा, लालां दा, फिर तां उहनूं पता है, उहनूं पहचान है भी
ਇਹਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ, ਇਹਦਾ ਕੋਈ ਮੁੱਲ ਨਹੀਂ ਹੈ। ਇਹਨਾਂ ਬਚਨਾਂ ਦਾ ਇਹ ਗਿਆਨ ਜੇ ਹੁਣ ਗਾਹਕ ਨਹੀਂ, ਫਿਰ ਉਹਨੂੰ ਕੋਈ ਕਦਰ ਨਹੀਂ, ਉਹਨੂੰ ਕੋਈ ਕੀਮਤ ਨਹੀਂ, ਕਿਉਂਕਿ ਉਹਨੂੰ ਪਤਾ ਹੀ ਨਹੀਂ ਵੀ ਕੀ ਮੈਨੂੰ ਆਖਿਆ ਜਾ ਰਿਹਾ, ਕੀ ਸਮਝਾਇਆ ਜਾ ਰਿਹਾ। ਇਸ ਕਰਕੇ ਮਹਾਰਾਜ ਕਹਿੰਦੇ ਜੇ ਗਾਹਕ ਨਾ ਹੋਵੇ, ਬਿਨ ਗਾਹਕ ਤੋਂ ਅਸੀਂ ਉਹਨੂੰ ਇਹ ਹੀਰੇ ਰਤਨ ਦੇਵਾਂਗੇ ਤੇ ਇਹ ਬੜਾ ਸਸਤਾ ਹੋ ਜੇ, ਕਿਉਂਕਿ ਉਹਨੂੰ ਇਹਦੀ ਕੀਮਤ ਦਾ ਨਹੀਂ ਪਤਾ, ਉਹਨੂੰ ਕਦਰ ਕੋਈ ਨਹੀਂ। ਜੇ ਗੁਣਾਂ ਦਾ ਗਾਹਕ ਹੋਵੇ, ਜੇ ਖੋਜੀ ਹੋਵੇ, ਜੇ ਜਗਿਆਸੂ ਹੋਵੇ, ਫਿਰ ਉਹਨੂੰ ਪਤਾ ਵੀ ਇਹਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ, ਫਿਰ ਇਹ ਸੌਦਾ ਬੜੇ ਮਹਿੰਗੇ ਭਾਅ। ਮਹਾਰਾਜ ਇਸ ਲਈ ਫਰਮਾਉਂਦੇ ਬਿਨ ਗਾਹਕ ਗੁਣ ਵੇਚੀਏ, ਤੋ ਗੁਣ ਸਹਿਗੋ ਜਾਏ। ਗੁਣ ਕਾ ਗਾਹਕ ਜੀ ਮਿਲੇ, ਤੋ ਗੁਣ ਲਾਖ ਬਕਾਏ। ਬਈ ਜੇ ਤਾਂ ਗੁਣਾਂ ਦਾ ਗਾਹਕ, ਜੇ ਤਾਂ ਮਾਲਕ ਨੂੰ ਮਿਲਣਾ ਚਾਹੁੰਦਾ, ਫਿਰ ਤਾਂ ਉਹਨੂੰ ਪਤਾ ਵੀ ਇਹ ਜਿਹੜਾ ਗਿਆਨ ਬੜਾ ਕੀਮਤੀ। ਜੇ ਹੁਣ ਗਾਹਕ ਨਹੀਂ, ਫਿਰ ਸਸਤਾ, ਫਿਰ ਸਹਿਗੋ। ਮਹਾਰਾਜ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਅਸੀਂ ਸਾਧ ਸੰਗਤ ਕਰਦੇ, ਅਸੀਂ ਸੰਗਤ ਕਰਨ ਦੇ ਨਾਲ ਹੀ ਗਾਹਕ ਵੀ ਫੇਰ ਹੀ ਬਣਦੇ ਹਾਂ, ਕਿਉਂਕਿ ਪਹਿਲਾਂ ਤਾਂ ਅਸੀਂ ਗਾਹਕ ਹੁੰਦੇ ਹੀ ਨਹੀਂ। ਗਾਹਕ ਵੀ ਫਿਰ ਉਹ ਸਾਨੂੰ ਬਣਾਉਂਦੇ, ਸੰਤ ਸਾਧੂ ਜਨ ਸਾਨੂੰ ਗਾਹਕ ਬਣਾਉਂਦੇ, ਕਿਉਂਕਿ ਉਹ ਸਾਨੂੰ ਪਹਿਚਾਣ ਕਰਾਉਂਦੇ। ਜਿਵੇਂ ਸੰਸਾਰ ਦੇ ਵਿੱਚ ਵੀ ਕੋਈ ਜੀਵ ਇੱਕ ਅਸਲ ਹੁੰਦਾ, ਇੱਕ ਨਕਲ ਹੁੰਦੀ। ਹੁਣ ਜੇ ਸਾਨੂੰ ਅਸਲ ਨਕਲ ਦੀ ਪਹਿਚਾਣ ਨਹੀਂ ਤੇ ਸਾਨੂੰ ਪਤਾ ਨਹੀਂ ਲੱਗਣਾ, ਫਿਰ ਸਾਨੂੰ ਅਸਲ ਦੀ ਜਿਹੜੇ ਪਾਰਖੂ ਨੇ ਉਹ ਪਹਿਚਾਣ ਕਰਾਉਂਦੇ ਵੀ ਆਹ ਅਸਲ ਹੈ, ਆਹ ਨਕਲ। ਔਰ ਇਸੇ ਤਰ੍ਹਾਂ ਹੀ ਸੰਤ ਸਾਧੂ ਜਨ ਸਾਨੂੰ ਪਾਰਖੂ ਬਣਾਉਂਦੇ, ਸਾਨੂੰ ਸਮਝਾਉਂਦੇ ਵੀ ਤੁਸੀਂ ਆਪਣੇ ਆਪੇ ਦੀ ਪਰਖ ਕਰੋ ਤੇ ਤੁਸੀਂ ਖੋਜੀ ਬਣ। ਜਿਹੜਾ ਆਪਣੇ ਆਪੇ ਦੀ ਪਰਖ ਕਰਦਾ, ਉਹਨੂੰ ਹੀ ਗੁਰਬਾਣੀ ਗੁਰੂ ਵਿੱਚ ਸਤਿਗੁਰਾਂ ਨੇ ਅਸਲੀ ਪਾਰਖੂ ਆਖੀ। ਫਰਮਾਉਂਦੇ ਨੇ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ। ਹੁਣ ਸੰਤਾਂ ਸਾਧੂਆਂ ਦਾ ਅਸੀਂ ਸੰਗ ਕਰਕੇ ਇਸ ਪਾਰਖੂ ਬਣ ਜਾਂਦੇ, ਆਪਣੇ ਆਪੇ ਦੀ ਅਸੀਂ ਪਰਖ ਕਰਨੀ ਸ਼ੁਰੂ ਕਰ ਦਿੱਤੀ, ਆਪਣੇ ਆਪੇ ਦੀ ਖੋਜ ਕਰਨੀ ਸ਼ੁਰੂ ਕਰ ਦਿੰਦੇ ਵੀ ਸਾਡੇ ਅੰਦਰ ਕੀ ਕੁਝ ਹੈ, ਮਾਲਕ ਸਾਡੇ ਅੰਦਰ ਕਿੱਥੇ ਬੈਠੇ, ਨਾਮ ਸਾਡੇ ਅੰਦਰ ਕਿੱਥੇ। ਜਿਹੜਾ ਸਾਡਾ ਘਰ ਹੈ ਨਿਜ ਮਹਿਲ ਥਿਰ ਘਰ ਦਸਵਾਂ ਦਵਾਰ, ਉਹ ਕਿੱਥੇ, ਅਸੀਂ ਕਿਵੇਂ ਉਹਦੇ ਵਿੱਚ ਜਾਣ। ਸੰਤ ਸਾਧੂ ਜਨਾਂ ਨੇ ਸਾਨੂੰ ਫਿਰ ਸਾਡੇ ਘਰ ਦੀ ਉਸਤਤ ਵਡਿਆਈ ਕਰ ਕਰਕੇ, ਮਾਲਕ ਦੇ ਗੁਣ ਗਾ ਗਾ ਕੇ ਉਹਨਾਂ ਨੇ ਸਾਡੇ ਅੰਦਰ ਵੀ ਤੜਪ ਤੇ ਵਿਰਾਗ ਪੈਦਾ ਕਰ ਦਿੱਤਾ ਮਾਲਕ ਨੂੰ ਮਿਲਣ ਦਾ। ਹੁਣ ਇਹ ਵਿਰਾਗ ਸਾਡੇ ਅੰਦਰ ਫੇਰ ਹੀ ਪੈਦਾ ਹੁੰਦਾ ਜਦੋਂ ਸਾਡਾ ਮਨ ਨਿਰਮਲ ਹੁੰਦਾ। ਨਿਰਮਲ ਹੁੰਦਾ ਫਿਰ ਇਹ ਸਾਧੂਆਂ ਦੀ ਧੂੜੀ ਲੈ ਕੇ, ਸੰਤਾਂ ਦੀ ਧੂੜੀ ਲੈ ਕੇ, ਜਦੋਂ ਉਹਨਾਂ ਦੀ ਧੂੜੀ ਸਾਡੇ ਮਨ ਦੇ ਉੱਤੇ ਪੈਂਦੀ ਤੇ ਸਾਡਾ ਮਨ ਸ਼ੁੱਧ ਹੁੰਦਾ, ਸਾਡਾ ਹਿਰਦਾ ਸ਼ੁੱਧ ਹੋ ਜਾਂਦਾ। ਹੁਣ ਉਹਨਾਂ ਨੇ ਫਿਰ ਆਪਣੀ ਧੂੜੀ ਦੁਆਰਾ, ਧੂੜੀ ਕੀ ਉਹਨਾਂ ਦੇ ਵਚਨ, ਉਹਨਾਂ ਨੇ ਅਕਾਲ ਪੁਰਖ ਦੀ ਵਡਿਆਈ ਕਰ ਕਰਕੇ ਸਾਡੇ ਮਨ ਦੇ ਉੱਤੋਂ ਮੈਲ ਲਾ ਦੇਣਾ। ਸਾਡਾ ਮਨ ਜਦੋਂ ਮੈਲ ਲੈ ਜਾਂਦੀ ਹੈ, ਨਿਰਮਲ ਹੋ ਜਾਂਦਾ, ਫਿਰ ਇਹ ਵਿਰਾਗੀ ਹੋ ਜਾਂਦਾ।
ਵੀ ਮੈਂ ਹੁਣ ਰਹਿ ਨਹੀਂ ਸਕਦਾ ਪਰਮਾਤਮਾ ਨੂੰ ਮਿਲਣ ਤੋਂ ਬਿਨਾਂ। ਵੀ ਕਿਹੜਾ ਸਮਾਂ ਆਵੇ, ਕਦੋਂ ਮੇਰਾ ਮਾਲਕ ਦੇ ਨਾਲ ਮਿਲਾਪ ਹੋਵੇ। ਫਿਰ ਵੈਰਾਗੀ ਹੋਇਆ ਮਨ ਜੋਦੜੀਆਂ ਕਰਦਾ, ਬੇਨਤੀਆਂ ਕਰ ਬਈ ਕੋਈ ਐਸਾ ਸੰਤ ਜਿਹੜਾ ਆਪ ਸਹਿਜ ਘਰ ਦੇ ਵਿੱਚ ਰਹਿੰਦਾ ਹੋਵੇ, ਉਹ ਮੈਨੂੰ ਮਾਲਕ ਨੂੰ ਮਿਲਾ ਦੇਵੇ, ਕਿਉਂਕਿ ਸਾਡੇ ਤੇ ਮਾਲਕ ਦੇ ਵਿੱਚ ਪੜਦਾ ਪੈ ਗਿਆ ਹਉਮੈ। ਮਾਰੇ ਫਰਮਾਉਂਦੇ ਕੋਈ ਐਸਾ ਸੰਤ ਸਹਿਜ ਸੁਖ ਦਾਤਾ ਮੋਹਿ ਮਾਰਗ ਦੇ ਬਤਾਈ। ਅੰਤਰ ਲਖ ਨਾ ਜਾਈ ਲਖਿਆ ਵਿੱਚ ਪੜਦਾ ਹਉਮੈ ਪਾਈ। ਸਾਡੇ ਤੇ ਮਾਲਕ ਦੇ ਵਿੱਚ ਜਿਹੜਾ ਪੜਦਾ ਪਿਆ ਉਹ ਹਉਮੈ ਦਾ ਪਿਆ। ਹੌੜੇ ਹਉਮੈ ਦਾ ਪੜਦਾ ਹੋਣ ਕਰਕੇ ਅਸੀਂ ਮਾਲਕ ਤੋਂ ਦੂਰ ਹਾਂ। ਇੱਕੋ ਘਰ ਦੇ ਵਿੱਚ ਰਹਿੰਦੇ ਹੋਈ ਅਸੀਂ ਦੂਰ ਹਾਂ ਪਰਮਾਤਮਾ 'ਚ। ਵਸਦੇ ਇੱਕੋ ਘਰ ਦੇ ਵਿੱਚ ਹੀ, ਪਰ ਫਿਰ ਵੀ ਦੂਰ ਹਾਂ, ਕਿਉਂਕਿ ਅੰਦਰ ਹਉਮੈ ਦਾ ਪੜਦਾ ਹੋਣ ਕਰਕੇ ਹਉਮੈ ਹੰਕਾਰ ਵਿੱਚ ਆ ਕੇ ਅਸੀਂ ਫਿੱਕੇ ਬੋਲ ਬੋਲਦੇ ਹਾਂ, ਅਸੀਂ ਮਾੜੇ ਬੋਲ ਬੋਲਦੇ। ਦਵਦਾ ਵਸ ਹੋ ਕੇ ਜਦੋਂ ਅਸੀਂ ਫਿੱਕੇ ਬੋਲ ਬੋਲਦੇ ਹਾਂ, ਫਿਰ ਇੱਕੋ ਘਰ ਦੇ ਵਿੱਚ ਰਹਿੰਦੇ ਹੋਈ ਅਸੀਂ ਮਾਲਕ ਤੋਂ ਦੂਰ ਹੋ ਜਾਂਦੇ। ਉਹ ਸਾਡਾ ਪਤੀ ਪਰਮੇਸ਼ਰ ਸਾਨੂੰ ਛੱਡ ਦਿੰਦਾ। ਕਿਵੇਂ ਉਹਨੇ ਸਾਨੂੰ ਛੱਡ ਦਿੱਤਾ ਤੇ ਕਾਹਤੋਂ ਛੱਡ ਦਿੱਤਾ? ਮਾਰੇ ਫਰਮਾਉਂਦੇ ਟੂਟ ਪ੍ਰੀਤ ਗਈ ਬਰਬੋਲ, ਦੁਰਮਤ ਪਰ ਹਰ ਛਾਡੀ ਢੋਲ। ਬਈ ਬੁਰੇ ਬੋਲ ਬੋਲ ਕੇ ਸਾਡੀ ਪ੍ਰੀਤ ਮਾਲਕ ਦੇ ਨਾਲੋਂ ਟੁੱਟ ਗਈ। ਇੱਕੋ ਘਰ 'ਚ ਰਹਿੰਦੇ ਹੋਈ ਹੁਣ ਅਸੀਂ ਦੂਰ ਹਾਂ ਪਰਮਾਤਮਾ 'ਚ। ਮਾਲਕ ਸਭ ਦਾ ਇੱਕ ਹੀ ਹੈ ਤੇ ਸਾਡੇ ਨੇੜੇ ਹੀ ਰਹਿੰਦਾ। ਸਭਨਾ ਕਾ ਸੋ ਇੱਕ ਹੈ ਸਦ ਹੀ ਰਹੇ ਹਜੂਰ। ਵੀ ਉਹ ਸਦਾ ਹੀ ਸਾਡੇ ਨੇੜੇ ਤੇ ਅਸੀਂ ਇੱਕੋ ਹੀ ਘਰ ਦੇ ਵਿੱਚ ਵਸਦੇ। ਪਰ ਜੇ ਉਹਦਾ ਹੁਕਮ ਨਾ ਮੰਨੀਏ ਫਿਰ ਘਰ ਦੇ ਵਿੱਚ ਰਹਿੰਦੀ ਦੂਰ ਹੋ ਜਾਈਦਾ। ਨਾਨਕ ਹੁਕਮ ਨਾ ਮੰਨੇ ਤਾਂ ਘਰ ਹੀ ਅੰਦਰ ਦੂਰ। ਬਈ ਜਦੋਂ ਸਾਡੀ ਸੁਰਤੀ ਉਹਦਾ ਹੁਕਮ ਨਹੀਂ ਮੰਨਦੀ ਮਾਲਕ ਦਾ, ਨਾਮ ਤੋਂ ਆਕੀ ਹੋ ਜਾਂਦੇ ਅਸੀਂ, ਫਿਰ ਇੱਕੋ ਘਰ 'ਚ ਰਹਿੰਦੇ ਹੋਏ ਅਸੀਂ ਉਹ ਤੋਂ ਦੂਰ ਹੋ ਜਾਂਦੇ ਪਰਮਾਤਮਾ। ਹੌੜੇ ਭੇਦ ਵੀ ਸਾਨੂੰ ਫਿਰ ਸਾਧੂ ਜਾਣ ਦਿੰਦੇ ਵੀ ਅਸੀਂ ਰਹਿੰਦੇ ਇਕੱਠੇ ਇੱਕੋ ਘਰ 'ਚ ਹੀ ਹਾਂ। ਮਾਲਕ ਸਾਥੋਂ ਕੋਈ ਦੂਰ ਨਹੀਂ ਹੈ, ਸਾਡੇ ਨੇੜੇ ਹੀ ਵਸਦਾ। ਪਰ ਸਾਡੇ ਅੰਦਰ ਹਉਮੈ ਹੋਣ ਕਰਕੇ, ਦੁਬਦਾ ਹੋਣ ਕਰਕੇ ਅਸੀਂ ਮਾਲਕ ਤੋਂ ਦੂਰ। ਹੁਣ ਇਹ ਕਿੰਨਾ ਬਰੀਕ ਹੈ ਜਿਹੜਾ ਪੜਦਾ ਸਾਡੇ ਤੇ ਮਾਲਕ ਦੇ ਵਿੱਚ ਪਿਆ। ਜਿਵੇਂ ਕਾਗਜ਼ ਹੁੰਦਾ, ਕਾਗਜ਼ ਤੋਂ ਵੀ ਬਰੀਕ। ਜਿਵੇਂ ਉਹ ਤਿਤਲੀ ਹੁੰਦੀ ਜਾਂ ਭੰਬਟ ਹੁੰਦੇ, ਉਹਨਾਂ ਦੇ ਫਰ ਬਹੁਤ ਬਰੀਕ ਹੁੰਦੇ ਕਾਗਜ਼ ਤੋਂ। ਉਹਨਾਂ ਬਰੀਕ ਪੜਦਾ ਸਾਡੇ ਤੇ ਮਾਲਕ ਦੇ ਵਿੱਚ ਪਿਆ। ਮਾਰੇ ਫਰਮਾਉਂਦੇ ਹਉ ਭੀਤ ਭਇਓ ਹੈ ਬੀਚੋ, ਸਨਤ ਦੇਸ ਨਿਕਟਾਇਓ ਭਾਂਬੀਰੀ ਕੇ ਪਾਤ ਪਾਰਦ ਬਿਨ ਪੇਖੇ ਦੂਰ ਆਇਓ। ਹੁਣ ਸਾਡੇ ਤੇ ਮਾਲਕ ਦੇ ਵਿੱਚ ਇੰਨਾ ਕੁ ਫਰਕ, ਇੰਨਾ ਕੁ ਪੜਦਾ ਹੈ ਬਸ, ਜਿਵੇਂ ਕਾਗਜ਼ ਵਰਗ। ਹੁਣ ਇੰਨਾ ਨੇੜੇ ਆ ਮਾਲਕ ਸਾਡੇ। ਹੁਣ ਇੰਨਾ ਨੇੜੇ ਹੋਣ ਦੇ ਬਾਵਜੂਦ ਵੀ ਫਿਰ ਵੀ ਉਹ ਸਾਨੂੰ ਦਿਸਦਾ ਨਹੀਂ। ਹੁਣ ਮਾਰੇ ਕਹਿੰਦੇ ਕਿੱਡੇ ਦੁੱਖ ਤੇ ਕਿੱਡੇ ਭਰਮ ਦੀ ਗੱਲ। ਵੀ ਕਹਿੰਦੇ ਸਾਰੇ ਹੀ ਆ ਅਸੀਂ ਵੀ ਪਰਮਾਤਮਾ ਬੜਾ ਨੇੜੇ ਹੈ, ਪਰ ਅਸੀਂ ਇਹ ਨਹੀਂ ਵਿਚਾਰਦੇ ਵੀ ਜੇ ਉਹ ਨੇੜੇ ਹੈ
ਤੇ ਅਸੀਂ ਉਹਨੂੰ ਦੇਖਦੇ ਕਿਉਂ ਨਹੀਂ, ਸਾਨੂੰ ਕਿਉਂ ਨਹੀਂ ਉਹਦੇ ਦਰਸ਼ਨ ਹੁੰਦੇ। ਮਾਰੇ ਫਰਮਾਉਂਦੇ ਨਿਗਟ ਸੁਣਿਓ ਔਰ ਵੇਖਿਓ ਨਾਹੀਂ ਭਰਮ ਭਰਮ ਦੁੱਖ ਭਰੀਆ। ਬਈ ਕਿੱਡੇ ਦੁੱਖਾਂ ਦੀ ਗੱਲ, ਕਿੱਡੇ ਭਰਮ ਦੀ ਗੱਲ, ਵੀ ਸੁਣੀ ਦਾ ਕਈ ਦਾ ਵੀ ਨੇੜੇ ਹੈ ਪਰ ਕਦੇ ਦੇਖਿਆ ਨਹੀਂ। ਹੁਣ ਇਸ ਅਵਸਥਾ 'ਚ ਸਤਿਗੁਰੂ ਕਹਿੰਦੇ ਵੀ ਬੇਸ਼ੱਕ ਅਸੀਂ ਬਾਹਰੋਂ ਤਾਂ ਲਿਬਾਸ ਪਾ ਲਿਆ ਸੁਹਾਗਣਾ ਵਾਲਾ, ਗੁਰਮੁਖਾਂ ਵਾਲਾ, ਗੱਲਾਂ ਦੇ ਨਾਲ ਅਸੀਂ ਬੇਸ਼ੱਕ ਗੁਰਮੁਖ ਬਣੇ ਹੋਏ, ਪਰ ਜਿਹੜਾ ਪਤੀ ਸਾਡਾ ਕੰਤ ਉਹਦੇ ਨਾਲ ਮਿਲਾਪ ਨਹੀਂ ਕੀਤਾ, ਉਹ ਕਦੇ ਮਿਲਿਆ ਹੀ ਨਹੀਂ ਘਰ ਦੇ ਵਿੱਚ। ਮਾਰੇ ਫਰਮਾਉਂਦੇ ਗੱਲੀ ਹੋਂ ਸੁਹਾਗਣੀ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ। ਬਈ ਗੱਲਾਂ ਦੇ ਨਾਲ ਤਾਂ ਮੈਂ ਗੁਰਮੁਖ ਹਾਂ, ਸੁਹਾਗਣ ਬਣੀ ਹੋਈ, ਪਰ ਪਤੀ ਜਿਹੜਾ ਉਹ ਕਦੇ ਘਰ ਦੇ ਵਿੱਚ ਮਿਲਿਆ ਹੀ, ਉਹਦੇ ਨਾਲ ਕਦੇ ਗੱਲਬਾਤ ਨਹੀਂ ਹੋਈ, ਕਦੇ ਨਹੀਂ ਉਹਦੇ ਨਾਲ ਮਿਲਾਪ ਹੋਈ। ਹੁਣ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਅਸੀਂ ਕਦੇ ਇਕੱਲਾ ਗੱਲਾਂ ਨਾਲ ਹੀ ਨਾ ਸੁਹਾਗਣਾ ਰਹਿ ਜੀ, ਵੀ ਇਹ ਨਾ ਹੋਵੇ ਕੰਤ ਪਿਆਰਾ ਪਤੀ ਪਰਮੇਸ਼ਰ ਕਦੇ ਮਿਲੇ ਹੀ ਨਾ, ਬਾਹਰੋਂ ਕੱਲਾ ਲਿਬਾਸ ਹੀ ਪਾਇਆ ਰਹਿ ਜੇ ਸੱਟ। ਹੁਣ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਬੈਠਾ ਸਾਡੇ ਅੰਦਰ ਹੀ ਹੈ ਤੇ ਬਾਹਰ ਵੀ ਚਾਰ ਛਪੇਰੇ ਮੌਜੂਦ ਹੈ, ਪਰ ਇਹ ਭੇਦ ਇਹ ਸੋਝੀ ਸਾਨੂੰ ਫਿਰ ਸਾਧੂ ਜਾਣ ਜਾਂਦੇ, ਉਹਦਾ ਨਹੀਂ ਸਾਨੂੰ ਸਮਝ ਆਉਂਦੀ। ਸਾਨੂੰ ਸਮਝਾਉਂਦੇ ਵੀ ਅਸੀਂ ਸੁੱਤੇ ਹੋਏ ਹਾਂ, ਸੁੱਤੇ ਹੋਣ ਕਰਕੇ ਸਾਨੂੰ ਦਿਸਦਾ, ਸੁੱਤੇ ਹੋਣ ਕਰਕੇ ਹੀ ਅਸੀਂ ਪਰਮਾਤਮਾ ਤੋਂ ਦੂਰ। ਸੁੱਤੇ ਕਿਵੇਂ ਆ, ਫਿਰ ਸਾਨੂੰ ਸਮਝਾਉਂਦੇ ਵੀ ਅਸੀਂ ਸੁੱਤੇ ਹਾਂ ਵਿਚਾਰਾਂ ਦੇ ਵਿੱਚ, ਇਹਨਾਂ ਤਿੰਨਾਂ ਗੁਣਾਂ ਦੇ ਵਿੱਚ, ਰਜੋ ਗੁਣ, ਤਮੋ ਗੁਣ, ਜਿਹਨੂੰ ਸਤੋ ਗੁਣ ਕਹਿੰਦੇ, ਇਹਦੇ ਵਿੱਚ ਭਰਮ ਦੇ ਵਿੱਚ, ਵਿਚਾਰਾਂ ਦੇ ਵਿੱਚ ਸਾਡਾ ਮਨ ਸੁੱਤਾ। ਫਰਮਾਉਂਦੇ ਨੇ ਤਿਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣ। ਬਈ ਇਹ ਮਾਇਆ ਦੇ ਵਿੱਚ ਅਸੀਂ ਸੁੱਤੇ ਹੋਏ। ਹੁਣ ਮਾਇਆ ਕੀ ਹੈ ਜਿਹਦੇ ਵਿੱਚ ਸਾਡਾ ਮਨ ਸੁੱਤਾ? ਕਿਹੜੀ ਮਾਇਆ ਜਿਹੜੀ ਸਾਡੇ ਮਨ ਨੂੰ ਲੱਗੀ ਹੋਈ? ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਇਹ ਉਹ ਮਾਇਆ ਹੈ ਜਿਹੜੀ ਜਿੰਨੇ ਵੀ 84 ਲੱਖ ਜੂਨ ਸਭ ਨੂੰ ਲੱਗੀ। ਜਿਹਨੂੰ ਉਧਰ ਲੱਗਿਆ ਪੇਟ ਢਿੱਡ, ਉਹਨੂੰ ਇਹ ਮਾਇਆ ਵੀ ਲੱਗੀ ਹੋਈ। ਉਹਦੇ ਅੰਦਰ ਇਹ ਤ੍ਰੈ ਗੁਣ, ਉਹਦੇ ਅੰਦਰ ਹੀ ਵਿਚਾਰ ਚੱਲਦੇ, ਫੁਰਨੀ ਚੱਲਦੀ। ਹੁਣ ਇਹ ਮਾਇਆ ਦਾ ਭੇਦ ਸਾਨੂੰ ਸਾਧੂ ਜਨ ਦਿੰਦੇ ਤੇ ਉਹ ਸਾਨੂੰ ਵਿਧੀ ਤਰੀਕਾ ਦੱਸਦੇ ਵੀ ਕਿਵੇਂ ਸਾਡਾ ਇਹ ਮਾਇਆ ਤੋਂ ਛੁਟਕਾਰਾ ਹੋਣਾ, ਕਿਵੇਂ ਹੁਣ ਅਸੀਂ ਇਹ ਮਾਇਆ ਤੋਂ ਉੱਪਰ ਉੱਠ ਸਕਦੇ ਹਾਂ, ਕਿਵੇਂ ਹੁਣ ਅਸੀਂ ਇਹ ਮਾਇਆ ਨੂੰ ਛੱਡਣਾ। ਮਹਾਰਾਜ ਇਸ ਵਾਸਤੇ ਸਾਨੂੰ ਫਰਮਾਉਂਦੇ, ਕਹੋ ਕਬੀਰ ਜਿਸ ਉਦਰ ਤਿਸ ਮਾਇਆ, ਭਾਵ ਛੋਟੇ ਜਬ ਸਾਧੂ ਪਾਇਆ। ਬਾਬਾ ਕਬੀਰ ਜੀ ਕਹਿੰਦੇ ਵੀ ਜਿਹਨੂੰ ਉਧਰ ਪੇਟ ਹੈ ਉਹਨੂੰ ਮਾਇਆ ਲੱਗੀ, ਉਹਨੂੰ ਇਹ ਤ੍ਰੈ ਗੁਣ ਲੱਗੇ, ਵਿਚਾਰ ਨੇ ਜਿਹੜੇ। ਹੁਣ ਇਹ ਮਾਇਆ ਦਾ ਭੇਦ ਸਾਨੂੰ ਫਿਰ ਸਾਧੂ ਜਨ ਦਿੰਦੇ ਵੀ ਆਹ ਮਾਇਆ, ਇਹ ਜਿਹੜੇ ਤਿੰਨ ਗੁਣ ਨੇ, ਰਜ ਗੁਣ, ਤਮ ਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਬਈ ਇਹ ਮਾਇਆ ਸਾਡੇ ਮਨ ਨੂੰ ਲੱਗੀ ਹੋਈ ਤੇ ਇਹ ਮਾਇਆ ਦੇ ਵਿੱਚ ਹੀ ਸਾਡਾ ਮਨ ਸੁੱਤਾ ਹੋਇਆ। ਹੁਣ ਇਹ ਮਾਇਆ ਤੋਂ ਫਿਰ ਸਾਡਾ ਛੁਟਕਾਰਾ ਹੁੰਦਾ ਜਦੋਂ ਸਾਨੂੰ ਸਾਧੂ ਜਨ ਮਿਲਦੇ। ਤਬ ਛੋਟੇ ਜਬ ਸਾਧੂ ਪਾਇਆ। ਸਾਧੂ ਜਨ ਫਿਰ ਆਪਾਂ ਨੂੰ ਦੱਸਦੇ ਵੀ ਕਿਵੇਂ ਸਾਡਾ ਹੁਣ ਇਹ ਮਾਇਆ ਤੋਂ ਛੁਟਕਾਰਾ ਹੋਣਾ, ਕਿਵੇਂ ਇਹ ਸਾਡੇ ਮਨ ਨੇ ਇਹ ਮਾਇਆ ਦੇ ਵਿੱਚ, ਮੋਹ ਦੇ ਵਿੱਚੋਂ ਜਾਗਣਾ। ਉਹ ਫਿਰ
ਆਪਾਂ ਨੂੰ ਇਹ ਵਿਧੀ ਤਰੀਕਾ ਦੱਸਦੇ ਵੀ ਤੁਸੀਂ ਆਹ ਵਿਧੀ ਦੁਆਰਾ ਸਿਮਰਨ ਕਰੋ। ਜਦੋਂ ਤੁਸੀਂ ਸਿਮਰਨ ਕਰੋਗੇ ਇਹ ਸਾਡਾ ਸੁੱਤਾ ਹੋਇਆ ਮਨ ਮਾਇਆ ਦੇ ਵਿੱਚੋਂ ਜਾਗੇ। ਮਾਰੇ ਫਰਮਾਉਂਦੇ ਨੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਇਹ ਹੁਣ ਤੁਸੀਂ ਸਿਮਰਨ ਕਰਕੇ ਆਪਦੇ ਸੁੱਤੇ ਹੋਏ ਮਨ ਨੂੰ ਜਗਾ ਲਓ। ਹੁਣ ਉਹ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਸ ਤਰ੍ਹਾਂ ਸਿਮਰਨ ਕਰੋ ਤੇ ਫਿਰ ਇਹ ਜਾਗੇ। ਨਾਲ ਫਿਰ ਸਾਨੂੰ ਇਹ ਗਿਆਨ ਦਿੱਤੀ ਜਾਂਦੀ ਵੀ ਇਹ ਸੌਂਦਾ ਕਿਵੇਂ, ਸੌਂਦਾ ਵਿਚਾਰਾਂ ਦੇ ਵਿੱਚ। ਜਦੋਂ ਇਹਦੇ ਅੰਦਰ ਵਿਚਾਰ ਚੱਲਦੇ, ਚਾਹੇ ਉਹ ਵਿਚਾਰ ਸਾਡੇ ਰਜੋਗੁਣੀ ਨੇ ਜਿਹਦੇ ਵਿੱਚ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਚੱਲਦੀ, ਚਾਹੇ ਸਾਡੇ ਵਿਚਾਰ ਤਮੋਗੁਣੀ ਨੇ ਜਿਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ, ਚਾਹੇ ਸਾਡੇ ਵਿਚਾਰ ਸਤੋਗੁਣੀ ਨੇ ਜਿਹਦੇ ਵਿੱਚ ਦਇਆ ਨਰਮਤਾ ਸਹਿਣਸ਼ੀਲਤਾ ਪੁੰਨ ਦਾਨ ਨੇ। ਹੁਣ ਇਹਨਾਂ ਵਿਚਾਰਾਂ ਦੇ ਵਿੱਚ ਅਸੀਂ ਸੁੱਤੇ ਹੋਏ। ਮਹਾਰਾਜ ਇਸ ਲਈ ਦੱਸਦੇ ਵੀ ਮਨਮੁਖ ਕਿਵੇਂ ਸੁੱਤਾ ਹੈ। ਕਹਿੰਦੇ ਮਾਇਆ ਦੇ ਮੋਹ ਦੇ ਵਿੱਚ, ਵਿਚਾਰਾਂ ਦੇ ਵਿੱਚ, ਭਰਮ ਦੇ ਵਿੱਚ ਸੁੱਤਾ ਹੈ। ਮਨਮੁਖ ਸੁੱਤਾ ਮਾਇਆ ਮੋਹ ਪਿਆਰ, ਬਈ ਇਹ ਮਾਇਆ ਦੇ ਪਿਆਰ ਦੇ ਵਿੱਚ, ਮੋਹ ਦੇ ਵਿੱਚ ਫਸਿਆ ਹੋਇਆ ਸੁੱਤਾ ਪਿਆ। ਹੁਣ ਸਾਧੂ ਜਨ ਸਾਨੂੰ ਫਿਰ ਦੱਸਦੇ ਵੀ ਕਿਵੇਂ ਹੁਣ ਇਹ ਮੋਹ ਦੀ ਫਾਹੀ ਜਿਹੜੀ ਕਾਲ ਨੇ ਸਾਡੇ ਗਲਾਂ ਦੇ ਵਿੱਚ ਪਾਈ, ਜਿਹਨੂੰ ਗੁਰਬਾਣੀ ਗੁਰੂ ਵਿੱਚ ਸਿਲਕ ਵੀ ਕਹਿੰਦੇ, ਜਿਹੜੀ ਅੱਤ ਦੀ ਤਿੱਖੀ ਹੈ, ਜਿਹੜੀ ਕਾਲ ਨੇ ਸਾਡੇ ਸਾਰਿਆਂ ਦੇ ਗਲਾਂ ਦੇ ਵਿੱਚ ਪਾ ਦਿੱਤੀ। ਮਾਰੇ ਫਰਮਾਉਂਦੇ ਭਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਅਤ ਤਰੀਖਣ ਮੋਹ ਕੀ ਫਾਸ। ਵੀ ਇਹ ਜਿਹੜੀ ਮੋਹ ਦੀ ਫਾਹੀ ਬੜੀ ਤਿੱਖੀ ਅੱਤ ਸੀ ਸਾਡੇ ਗਲਾਂ 'ਚ ਪਈ ਹੋਈ। ਹੌੜੇ ਮੋਹ ਦੀ ਫਾਹੀ ਕਿਵੇਂ ਸਾਡੀ ਕੱਟੀ ਜਾਵੇ, ਉਹ ਫਿਰ ਆਪਾਂ ਨੂੰ ਸਾਧੂ ਜਨ ਦੱਸਦੇ ਵੀ ਤੁਸੀਂ ਹੁਣ ਸਿਮਰਨ ਕਰਕੇ ਇਹ ਮੋਹ ਦੀ ਫਾਹੀ ਨੂੰ ਕੱਟੋ। ਜਦੋਂ ਹੁਣ ਆਪਾਂ ਇਹ ਸਾਰੀ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਸਿਮਰਨ ਕਰਦੇ, ਉਦੋਂ ਫਿਰ ਕਹਿੰਦੇ ਵੀ ਇਹ ਭਗਤਾਂ ਦੀ ਭੀੜ ਇਕੱਠੀ ਹੋ ਕੇ ਇਹ ਜਿਹੜੀ ਗਲਾਂ ਦੇ ਵਿੱਚ ਮੋਹ ਦੀ ਫਾਹੀ ਪਾਈ, ਜਿਹੜੀ ਜਮਾਂ ਨੇ ਫਾਸੀ ਪਾਈ, ਇਹ ਫਾਹੀ ਨੂੰ ਕੱਟ ਰਹੇ। ਮਾਰੇ ਫਰਮਾਉਂਦੇ ਨੇ ਵੀ ਕਿਵੇਂ ਇਹ ਫਾਹੀ ਨੂੰ ਕੱਟਦੇ। ਕਹਿੰਦੇ ਭਗਵਤ ਭੀਰ ਸਖਤ ਸਿਮਰਨ ਕੀ ਕਾਟੀ ਕਾਲ ਪੈ ਫਾਸੀ। ਬਈ ਇਹ ਜਿਹੜੀ ਫਾਹੀ ਕਾਲ ਨੇ ਸਾਡੇ ਗਲਾਂ 'ਚ ਪਾਈ, ਇਹਨਾਂ ਨੂੰ ਅਸੀਂ ਕੱਟਣਾ। ਹੌਲੀ ਜਦੋਂ ਆਪਾਂ ਸਿਮਰਨ ਕਰਦੇ ਹਾਂ, ਸਾਸ ਗਿਰਾਸ ਸਵਾਸ ਅੰਦਰ ਜਾਂਦਾ ਵਾਹੀ, ਬਾਹਰ ਆਉਂਦਾ ਗੁਰੂ। ਇਹ ਆਪਾਂ ਇਸ ਫਾਹੀ ਨੂੰ ਕੱਟ ਰਹੇ। ਜਿਉਂ ਅਸੀਂ ਸਿਮਰਨ ਕਰਾਂਗੇ ਇਹ ਸਾਡੀ ਫਾਹੀ ਕੱਟੀ ਜਾਏਗੀ। ਜਦੋਂ ਕੱਟੀ ਗਈ ਅਸੀਂ ਆਜ਼ਾਦ ਹੋ ਜਾਵਾਂਗੇ, ਸਾਡੀ ਇੱਥੋਂ ਖਲਾਸੀ ਹੋ ਜਾਏਗੀ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਜਾਂ ਤਾਂ ਤੁਸੀਂ ਆਪ ਅਭਿਆਸ ਕਰੋ, ਸਿਮਰਨ ਕਰੋ। ਜਿਹੜੇ ਗੁਰਮੁਖ ਸਿਮਰਨ ਕਰਦੇ, ਮਾਲਕ ਨੂੰ ਧਿਆਉਂਦੇ, ਫਿਰ ਉਹ ਜਿਉਂਦੇ ਜੀ ਇਹ ਫਾਹੀ ਨੂੰ ਕੱਟ ਲੈਂਦੇ। ਮਾਰੇ ਫਰਮਾਉਂਦੇ ਕਹਿਤ ਕਬੀਰਾ ਜੋ ਹਰ ਧਿਆਵੇ ਜੀਵਤ ਬੰਧਨ ਤੋੜੇ। ਉਹ ਜਿਉਂਦੇ ਜੀ ਇਹਨਾਂ ਬੰਧਨਾਂ ਨੂੰ ਤੋੜ ਦਿੰਦੇ, ਇਹਨਾਂ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜਾਂ ਤਾਂ ਅਭਿਆਸ ਹੀ ਸਾਡਾ ਇੰਨਾ ਹੋਵੇ, ਸਿਮਰਨ ਇੰਨਾ ਹੋਵੇ, ਅਸੀਂ ਕੱਟੀਏ ਨਹੀਂ। ਜੇ ਹੁਣ ਸਾਤੋਂ ਇੰਨਾ ਅਭਿਆਸ ਨਹੀਂ ਹੁੰਦਾ ਤੇ ਕਹਿੰਦੇ ਫਿਰ ਤੁਸੀਂ ਸਤਿਗੁਰ ਨੂੰ ਆਪਣਾ ਆਪਾ ਸਮਰਪਣ ਕਰੋ। ਜਦੋਂ ਇੱਕ ਸਿੱਖ ਸਤਿਗੁਰ ਨੂੰ ਆਪਣਾ ਆਪਾ ਸਮਰਪਣ ਕਰ ਦਿੰਦਾ, ਫਿਰ ਸਤਿਗੁਰੂ ਆਪਣੇ ਸਿੱਖ ਦੇ ਬੰਧਨ ਕੱਟ ਦਿੰਦੇ ਸਰ।
महाराज फरमाउंदे सतगुर सिख के बंधन काटे, गुर का सिख बेकार ते हाटी। बई सतगुरु साडे बंधन कट दिंदे, सानू बंधना तो याद कर दिंदे। हुण बंधन की कुछ साडे बन गए, ये विचारां दे विच असीं इधर मोह दे विच वज गए। साडे माता पिता भैन भरा धीआं पुत्र संगी साथी ये संसार ये सारा कुछ साडे मन दे बंधन बन गए। महाराज फरमाउंदे बंधन मात पिता सुत बनिता, बंधन कर्म धर्म हों करता। जीव इन्हां बंधनां दे विच वज्झा होई भज्जा फिरदा दिन रात, विचारां दे विच सोचां दे विच इन्हां दे बारे ही सोची जांदा। आशा अभिलाषा दे विच, तृष्णा दे विच, सैंसे फिकरां दे विच भज्जा फिरदा। सतगुरु कहंदे भी इहो साडे मन दे बंधन बन गए। हुण इन्हां बंधनां दे विच वज्झे होई असीं दुखी हो रहे। बंधन ही सानूं वापस फिर जूनां च मोड़ लिआउंदे। हुण आपां नूं इस करके कहंदे इन्हां बंधनां तो याद होवो, ये बंधनां नूं तोड़ो, ये बंधनां नूं कटो। हुण ये बंधन जिहड़े साडे इन्ने बन गए, माया ने सानूं इस तरीके नाल मन नूं साडे नूं बन्न लिआ दसां दिशावां वालों। दसां वासियां तो साडे मन नूं बन्निआ होया, ते बन्निआ भी किवें? मोह दे विच, बंधनां दे विच। महाराज कहंदे भी इस तरह जिवें सूत हुंदा, सूत दुआरा साडे मन नूं बन्न ले। हुण असीं आपदे आप इत्थों छुट नहीं सकदे। ये इन्ना गंढां पै जांदियां जे असीं आप कोशिश करांगे, वो गंढां होर पीछियां जाण, असीं होर उलझ जांगे। गुरु तो बिना फिर ये साडियां गंढां जिहड़ियां ये खुलदियां नहीं। महाराज फरमाउंदे ने ये जग तागो सूत को दह दिस बाधो माई, बैन गुर गाठ न खुलई थाके कर्म कमाई। बई गुरु तो बिना ये गंढां खुलदियां कोई नहीं। साडे मन नूं दसां पासियां तो बन्निआ होया माया, असीं हिल नहीं सकते, किसी पासे इत्थों निकल नहीं सकते। हुण गुरु फिर संत साधु जन ये साडे बंधन कट्टदे, वो सानूं दसदे भी किवें असीं इत्थों याद, क्योंकि इहदे विच बंधनां दे फसण दी विधि तां सानूं सब नहीं आउंदी, पर ये बंधनां तो याद किवें होना, इत्थों साडा छुटकारा किवें होना, ये कोई विरला विरला ही जाणदा। महाराज फरमाउंदे फासन की विध सब कोई जाने, छूटन की एक कोई। बई ये बंधनां च असीं फसना किवें आ, ये माया दे नाल असीं मोह किवें पाउणा, इहदे विच असीं वज्जना किवें बंधनां च, ये सब नूं आउंदा। हुण ये बंधनां तो याद किवें होण, ते महाराज कहंदे कोई विरला ही जाणदा। इहो फिर सानूं साधु जन जणाउंदे भी किवें असीं हुण इन्हां बंधनां तो याद होना, किवें असीं इत्थों ये बंधनां तो उपर उठना। जे असीं ਵੱਜ भी गए हाँ तो किवें हुण ये बंधनां नूं असीं कट सकदे। ਉਹਦੇ वास्ते फिर सानूं कहंदे भी तुसीं परमात्मा नूं ਧਿਆਵੋ, तुसीं मालक दा सिमरन करो। जे ਉਹਦੇ ਅਸੀਂ ਇਹ ਸਿਮਰਨ ਕਰਦੇ ਨਾਲ फिर वो सानूं विधियां जुगतियां तरीके दसदे, ਨਾਲ सानूं भेद दिंदे भी इथों असीं माया दे विचों जोर नाल नहीं निकल सकते, असीं इथों जुगती नाल निकल सकते हैं, तरीके नाल विधि द्वारा निकल सकते। महाराज ताइयों फरमाउंदे जोर नाही जुगती छूटे संसार।
ਬਈ ਜ਼ੋਰ ਨਾਲ ਨਹੀਂ ਨਿਕਲ ਸਕਦੇ ਇੱਥੋਂ, ਜੁਗਤੀ ਨਾਲ ਨਿਕਲ ਸਕਦੇ, ਤਰੀਕੇ ਨਾਲ ਨਿਕਲ ਸਕਦੇ। ਔਰ ਉਹ ਫਿਰ ਜੁਗਤੀ ਆਪਾਂ ਨੂੰ ਦੱਸਦੇ ਵੀ ਇਹ ਸਾਸ ਗਿਰਾ ਸਿਮਰਨ ਕਰੋ, ਅਭਿਆਸ ਕਰੋ। ਨਾਲ ਆਪਾਂ ਨੂੰ ਗੁਰੂ ਦੀ ਮੱਤ ਦਿੰਦੇ, ਗਿਆਨ ਦਿੰਦੇ। ਉਹ ਫਿਰ ਇਹ ਵਚਨ ਸੰਤਾਂ ਦੇ, ਸਾਧੂਆਂ ਦੇ ਸਾਡੇ ਮਨ ਵਾਸਤੇ ਫਿਰ ਇਹ ਰਤਨ, ਜਦੋਂ ਅਸੀਂ ਇਹ ਰਤਨਾਂ ਨੂੰ ਲਵਾਂਗੇ, ਇਹ ਰਤਨਾਂ ਦੀ ਧੂੜੀ ਸਾਡੇ ਮਨ ਦੇ ਉੱਤੇ ਪਏਗੀ, ਸਾਡਾ ਮਨ ਇਹਨਾਂ ਬੰਧਨਾਂ ਤੋਂ ਆਜ਼ਾਦ ਹੋ ਜਾਏ, ਅਸੀਂ ਨਿਕਲ ਜਾਂਗੇ ਤੋਂ ਸਾਡੀ ਬੰਦ ਖਲਾਸੀ ਹੋ ਜਾਏਗੀ। ਹੁਣ ਇਹੋ ਫਿਰ ਸਾਨੂੰ ਭੇਦ ਸਾਧੂ ਜਨ ਦਿੰਦੇ, ਉਹ ਸੰਸਾਰ ਦੇ ਵਿੱਚ ਆਉਂਦੇ, ਆਪ ਤਾਂ ਜਨਮ ਮਰਨ ਤੋਂ ਰਹਿਤ ਹੁੰਦੇ, ਸਾਨੂੰ ਜੀਵਾਂ ਨੂੰ, ਭੁੱਲਿਆਂ ਭਟਕਿਆਂ ਨੂੰ, ਬੰਧਨਾਂ ਦੇ ਵਿੱਚ ਵੱਜਿਆਂ ਹੋਇਆਂ ਨੂੰ ਸਾਨੂੰ ਯਾਦ ਕਰਾਉਣ ਵਾਸਤੇ ਆਉਂਦੇ। ਮਾਲਕ ਜਦੋਂ ਦੇਖਦੇ ਵੀ ਇਹਨਾਂ ਨੂੰ ਭੇਜਿਆ ਸੀ, ਉੱਥੇ ਜਾ ਕੇ ਸਾਰੀ ਵੱਜ ਗਈ, ਵਾਪਸ ਆਈ ਨਹੀਂ ਘਰੇ, ਤੇ ਫਿਰ ਗੁਰਮੁਖਾਂ ਨੂੰ ਭੇਜਦੇ ਵੀ ਜਾਓ, ਵੀ ਜਾ ਕੇ ਉਹਨਾਂ ਨੂੰ ਸਮਝਾਓ, ਭੇਦ ਦੇਵੋ ਵੀ ਤੁਸੀਂ ਘਰ ਵਾਪਸ ਆਓ। ਫਿਰ ਉਹ ਗੁਰਮੁਖ ਸਾਧੂ ਜਨ ਸਾਡੇ ਉੱਤੇ ਆ ਕੇ ਪਰਉਪਕਾਰ ਕਰਦੇ, ਸਾਨੂੰ ਭੁੱਲੇ ਭਟਕਿਆਂ ਨੂੰ ਸਾਨੂੰ ਸੋਝੀ ਦਿੰਦੇ, ਮਾਲਕ ਨੂੰ ਮਿਲਾਪ ਦਾ ਰਸਤਾ ਦੱਸਦੇ, ਤੇ ਸਾਨੂੰ ਵਿਛੜਿਆਂ ਨੂੰ ਫਿਰ ਪਰਮਾਤਮਾ ਦੇ ਨਾਲ ਮਿਲਾਉਂਦੇ। ਇਹ ਹੈ ਸਭ ਤੋਂ ਵੱਡਾ ਦਾਨ, ਇਹ ਹੈ ਸਭ ਤੋਂ ਵੱਡਾ ਪਰਉਪਕਾਰ, ਪਰਮਾਤਮਾ ਦੇ ਨਾਲ ਮਿਲਾਉਣਾ। ਮਹਾਰਾਜ ਇਸ ਲਈ ਫਰਮਾਉਂਦੇ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਈ, ਜੀ ਦਾਨ ਦੇ ਭਗਤੀ ਲਾਵਣ, ਹਰਿ ਸਿਉ ਲੈਣ ਮਲਾਈ। ਬਈ ਸਾਨੂੰ ਜੀਵਾਂ ਨੂੰ ਭਗਤੀ ਦਾ ਦਾਨ ਦੇ ਕੇ ਸਾਨੂੰ ਪਰਮਾਤਮਾ ਦੇ ਨਾਲ ਮਿਲਾਉਂਦੇ, ਇਸ ਵਾਸਤੇ ਉਹ ਫਿਰ ਦਰਗਾਹ ਦੇ ਵਕੀਲ ਹੁੰਦੇ। ਹੁਣ ਆਪਾਂ ਨੂੰ ਇੱਧਰ ਕਾਲ ਨੇ ਬੰਦੀਖਾਨੇ ਵਿੱਚ ਬੰਦ ਕੀਤਾ ਹੋਇਆ, ਜਦੋਂ ਹੁਣ ਅਸੀਂ ਇੱਧਰ ਆਉਂਦੇ ਹਾਂ, ਇਹ ਕਾਲ ਦਾ ਦੇਸ਼, ਸਾਡੇ ਕੋਲ ਜਦੋਂ ਪਰਵਾਨਾ ਨਹੀਂ ਹੁੰਦਾ, ਕਾਲ ਸਾਨੂੰ ਸਾਰਿਆਂ ਨੂੰ ਬੰਦੀਖਾਨੇ 'ਚ ਬੰਦ ਕਰ ਦਿੰਦਾ। ਹੁਣ ਬੰਦੀਖਾਨੇ ਵਿੱਚ ਬੰਦ ਕੀਤਾ ਹੋਇਆ ਕਾਲ ਨੇ ਸਾਨੂੰ ਭੁੱਖਾ ਰੱਖਦੇ, ਵੀ ਇਹਨਾਂ ਨੂੰ ਭੁੱਖੇ ਰੱਖੋ, ਸਾਨੂੰ ਨੰਗਾ ਰੱਖਦੇ ਵੀ ਇਹਨਾਂ ਨੂੰ ਨੰਗੇ ਰੱਖੋ। ਫਿਰ ਉਹ ਸਾਨੂੰ ਗੁਲਾਮ ਬਣਾ ਕੇ ਸਾਤੋਂ ਆਪਣੀ ਗੁਲਾਮੀ ਕਰਾਉਂਦੇ, ਸਾਤੋਂ ਆਪਦੀ ਇੱਧਰ ਵੰਗਾਰ ਕਰਾਉਂਦੇ। ਹੁਣ ਜੇਲ੍ਹ ਦੇ ਵਿੱਚੋਂ ਇੱਥੋਂ ਸਾਨੂੰ ਹੋਰ ਕੋਈ ਛਡਾ ਨਹੀਂ ਸਕਦਾ, ਤੇ ਜਿਹੜੇ ਸਾਧੂ ਜਨ ਉਹਨਾਂ ਕੋਲ ਪਰਵਾਨਾ ਹੈ, ਤੇ ਉਹਨਾਂ ਨੂੰ ਰੋਕ ਟੋਕ ਨਹੀਂ, ਉਹ ਫਿਰ ਬੰਦੀਖਾਨੇ ਦੇ ਵਿੱਚ ਹੀ ਆ ਜਾਂਦੇ। ਸਾਨੂੰ ਜੀਵਾਂ ਨੂੰ ਬੰਦੀਖਾਨੇ ਦੇ ਵਿੱਚ ਹੀ ਉਹ ਸਿਮਰਨ ਕਰਾਉਣਾ ਸ਼ੁਰੂ ਕਰ ਦਿੰਦੇ। ਬੰਦੀ ਦੇ ਅੰਦਰ ਹੀ ਸਾਨੂੰ ਮਾਲਕ ਦੀ ਸਿਫਤ ਸਲਾਹ 'ਤੇ ਲਾ ਦਿੰਦੇ, ਬੰਦੀ ਅੰਦਰ ਸਿਫਤ ਕਰਾਵੇ ਤਾਂ ਕੋ ਕਹੀਏ ਬੰਦਾ। ਵੀ ਸਾਨੂੰ ਉਹ ਬੰਦੀਖਾਨੇ ਦੇ ਵਿੱਚ ਬੰਦ ਹੋਇਆ ਨਹੀਂ, ਸਾਨੂੰ ਕਹਿੰਦੇ ਵੀ ਸਿਮਰਨ ਕਰ। ਅਸੀਂ ਜਦੋਂ ਸਿਮਰਨ ਕਰਦੇ ਹਾਂ, ਫਿਰ ਉਹ ਸਾਨੂੰ ਇੱਥੋਂ ਯਾਦ ਕਰਾ ਦਿੰਦੇ। ਮਹਾਰਾਜ ਇਸ ਲਈ ਫਿਰ ਸਾਨੂੰ ਦੱਸਦੇ ਵੀ ਜਿੱਦਾਂ ਦਾ ਅਸੀਂ ਸੁਣਿਆ ਸਤਿਗੁਰ ਨੂੰ, ਉਹਨਾਂ ਗੁਰਮੁਖਾਂ ਨੂੰ ਫਿਰ ਚਾਹੇ ਅਸੀਂ ਸੰਤ ਕਹਿ ਦਈਏ, ਸਾਧੂ ਕਹਿ ਦਈਏ, ਗੁਰਮੁਖ ਕਹਿ ਦਈਏ, ਭਗਤ ਕਹਿ ਦਈਏ, ਬ੍ਰਹਮ ਗਿਆਨੀ ਕਹਿ ਦਈਏ, ਉਹ ਫਿਰ ਸਾਨੂੰ ਇੱਥੋਂ ਛਡਾਉਂਦੀ ਬੰਦੀਖਾਨੇ ਦੇ ਵਿੱਚ। ਮਹਾਰਾਜ ਇਸ ਲਈ ਫਰਮਾਉਂਦੇ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੀ ਕਾ ਵਸੀਠ। ਉਹ ਫਿਰ ਸਾਨੂੰ ਵਿਛੜਿਆਂ ਨੂੰ ਮਿਲਾਉਂਦੇ, ਉਹ ਸਾਨੂੰ ਇੱਥੋਂ ਬੰਦੀਖਾਨੇ ਦੇ ਵਿੱਚੋਂ ਯਾਦ ਕਰਾਉਂਦੇ, ਉਹ ਸਾਨੂੰ ਦੱਸਦੇ
ਵੀ ਇਥੋਂ ਅਸੀਂ ਬੰਦੀ ਖਾਨੇ 'ਚੋਂ ਕਿਵੇਂ ਆਜ਼ਾਦ ਹੋਣਾ, ਕਿਉਂਕਿ ਜਦ ਤੱਕ ਉਹ ਬੰਦੀ ਖਾਨੇ 'ਚ ਆਉਂਦੇ ਨਹੀਂ ਸਾਨੂੰ ਸਮਝਾਉਣ ਵਾਸਤੇ। ਸਾਨੂੰ ਇਹ ਬੰਦੀ ਖਾਨਾ ਹੀ ਬੜਾ ਸੋਹਣਾ ਲੱਗਦਾ, ਅਸੀਂ ਤਾਂ ਇਹ ਵੀ ਭੁੱਲ ਚੁੱਕੇ ਵੀ ਅਸੀਂ ਬੰਦੀ ਖਾਨੇ 'ਚ ਬੰਦ ਹੋਏ। ਹੁਣ ਜਿਹੜਾ ਬੰਦੀ ਖਾਨੇ ਵਿੱਚ ਅਸੀਂ ਬੰਦ ਹਾਂ, ਜਿਵੇਂ ਪਿੰਜਰੇ ਦੇ ਵਿੱਚ ਪੰਛੀ ਨੂੰ ਕੈਦ ਕਰ ਲਿਆ ਜਾਵੇ, ਹੁਣ ਉਹ ਹੈ ਤਾਂ ਕੈਦ ਹੀ ਹੈ, ਚਾਹੇ ਉਹ ਪਿੰਜਰਾ ਲੋਹੇ ਦਾ ਹੋਵੇ ਜਾਂ ਲੱਕੜ ਦਾ ਹੋਵੇ ਜਾਂ ਚਾਂਦੀ ਦਾ ਜਾਂ ਸੋਨੇ ਦਾ ਹੋਵੇ, ਹੈ ਤਾਂ ਪਿੰਜਰਾ ਹੀ ਹੈ ਤਾਂ ਉਹ ਕੈਦ ਹੀ। ਹੁਣ ਇਸੇ ਤਰ੍ਹਾਂ ਹੀ ਇੱਧਰ ਸੰਸਾਰ ਦੇ ਵਿੱਚ ਚਾਹੇ ਸਾਨੂੰ ਲੱਗੇ ਵੀ ਅਸੀਂ ਬਹੁਤ ਸੁਖੀ ਹਾਂ, ਵੀ ਸਾਡੇ ਕੋਲ ਸੰਸਾਰੀ ਧਨ ਬੜਾ ਹੈ, ਸਾਡੇ ਨਾਲ ਜੀਵ ਤੁਰਦੇ ਸਾਡਾ ਮਾਣ ਸਤਿਕਾਰ ਵਰ, ਪਰ ਹੈ ਅਸੀਂ ਬੰਦੀ ਖਾਨੇ 'ਚ ਬੰਦੀ। ਸੋ ਇਹ ਵੀ ਭੇਦ ਸਾਨੂੰ ਜਦੋਂ ਸਾਧੂ ਜਨ ਆ ਕੇ ਦਿੰਦੇ ਤੇ ਫਿਰ ਸਾਨੂੰ ਸਮਝ ਲੱਗਦੀ ਵੀ ਅਸੀਂ ਤਾਂ ਵਾਕਈ ਬੰਦੀ ਖਾਨੇ ਵਿੱਚ ਇੱਥੇ ਬੰਦ ਹੋਏ ਬੈਠੇ ਹਾਂ, ਅਸੀਂ ਤਾਂ ਗੁਲਾਮ ਬਣੇ ਬੈਠੇ ਇਹਨਾਂ 'ਚ। ਵੀ ਸਾਨੂੰ ਤਾਂ ਇਹਨਾਂ ਨੇ ਪੰਜਾਂ ਦੂਤਾਂ ਨੇ ਆਪਣੇ ਗੁਲਾਮ ਬਣਾ ਲਏ, ਸਾਧੂ ਤਾਂ ਇਹ ਆਪਦੀ ਗੁਲਾਮੀ ਕਰਾਈ ਜਾਂਦੇ, ਨਾਲੇ ਗੁਲਾਮੀ ਕਰਾਉਂਦੇ, ਨਾਲੇ ਸਾਨੂੰ ਕੁੱਟਦੇ ਮਾਰਦੇ, ਨਾਲੇ ਸਾਨੂੰ ਭੁੱਖਿਆਂ ਰੱਖਦੇ, ਪਿਆਸਿਆਂ ਰੱਖਦੇ, ਨੰਗਿਆਂ ਰੱਖਦੇ। ਇਹ ਹਾਲਤ ਹੁਣ ਸਾਡੇ ਮਨਾਂ ਦੀ ਹੋਈ ਤੇ ਉਹ ਫਿਰ ਸੋਝੀ ਜਦੋਂ ਸਾਨੂੰ ਸਾਧੂ ਜਨ ਆ ਕੇ ਦਿੰਦੇ, ਫਿਰ ਸਾਡੀ ਇਹ ਹਾਲਤ ਹੋਈ ਸਾਡੇ ਪੈਰਾਂ ਦੇ ਵਿੱਚ ਸੰਗਲ ਪਾਏ ਹੋਏ, ਲੋਭ ਦੀਆਂ ਬੇੜੀਆਂ, ਗਲ ਦੇ ਵਿੱਚ ਮੋਹ ਨੇ ਫਾਹੀ ਪਾਈ ਹੋਈ, ਤੇ ਜਿਹੜੇ ਤਿੰਨ ਨੇ ਸਾਨੂੰ ਕੁੱਟਦੇ ਨੇ। ਹੁਣ ਇਹ ਹਾਲਤ ਸਾਡੇ ਮਨ ਦੀ ਜਦੋਂ ਹੋਈ ਤੇ ਉਹ ਫਿਰ ਜਦੋਂ ਸਾਧੂ ਜਨ ਆਉਂਦੇ ਸਾਨੂੰ ਫਿਰ ਭੇਤ ਦਿੰਦੇ, ਸੋਝੀ ਦਿੰਦੇ, ਫਿਰ ਸਾਨੂੰ ਸਮਝ ਲੱਗਦੀ ਵੀ ਵਾਕਈ ਅਸੀਂ ਤਾਂ ਕੈਦ ਦੇ ਵਿੱਚ, ਅਸੀਂ ਤਾਂ ਗੁਲਾਮ ਬਣੀ ਬੈਠੇ। ਫਿਰ ਉਹ ਆਪਾਂ ਨੂੰ ਦੱਸਦੇ ਵੀ ਤੁਸੀਂ ਇੱਥੋਂ ਆਜ਼ਾਦ ਹੋ ਸਕਦੇ, ਤੁਸੀਂ ਇੱਥੋਂ ਨਿਕਲ ਸਕਦੇ ਹੋ। ਅਸੀਂ ਤਾਂ ਪਹਿਲਾਂ ਉਮੀਦ ਹੀ ਛੱਡੀ ਬੈਠੇ ਹੁੰਦੇ ਹਾਂ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੁੰਦਾ। ਉਹ ਫਿਰ ਆ ਕੇ ਜਦੋਂ ਸਾਨੂੰ ਦੱਸਦੇ, ਸਮਝਾਉਂਦੇ, ਸਾਡੇ ਅੰਦਰ ਉਮੀਦ ਜਾਗਦੀ ਵੀ ਅਸੀਂ ਵੀ ਇੱਥੋਂ ਨਿਕਲ ਸਕਦੇ ਹਾਂ ਬੰਦੀ ਖਾਨੇ ਦੇ ਵਿੱਚ, ਸਾਡੀ ਵੀ ਇਹ ਗੁਲਾਮੀ ਕਿਤੇ ਖਤਮ ਹੋ ਸਕਦੀ। ਫਿਰ ਉਹ ਸਾਨੂੰ ਦੱਸਦੇ ਵੀ ਤੁਸੀਂ ਤਾਂ ਰਾਜੇ, ਤੁਹਾਨੂੰ ਤਾਂ ਮਾਲਕ ਨੇ ਰਾਜੇ ਬਣਾਇਆ, ਇਹ ਤਾਂ ਤੁਸੀਂ ਭਰਮ 'ਚ ਆ ਕੇ ਇੱਥੇ ਸੌਂ ਗਏ ਤੇ ਬੰਦੀ ਖਾਨੇ 'ਚ ਤੁਹਾਨੂੰ ਬੰਦ ਕਰ ਲਿਆ ਤੇ ਤੁਹਾਨੂੰ ਗੁਲਾਮ ਬਣਾ ਲਿਆ ਨਾ। ਤੁਸੀਂ ਜਾਗੋ ਤੇ ਜਾ ਕੇ ਘਰ ਚੱਲੋ ਤੇ ਤੁਸੀਂ ਆਪਦਾ ਰਾਜ ਭਾਗ ਸੰਭਾਲੋ। ਫਿਰ ਉਹ ਜਦੋਂ ਸਾਨੂੰ ਭੇਤ ਦਿੰਦੇ, ਸੋਝੀ ਦਿੰਦੇ, ਸਾਡੇ ਅੰਦਰ ਉਮੀਦ ਜਾਗਦੀ, ਤੇ ਫਿਰ ਅਸੀਂ ਉਹਨਾਂ ਤੋਂ ਪੁੱਛਦੇ ਵੀ ਕਿਵੇਂ ਆਜ਼ਾਦ ਹੋਈਏ, ਸਾਨੂੰ ਕੀ ਕਰਨਾ ਪਏਗਾ। ਫਿਰ ਉਹ ਸਾਨੂੰ ਦੱਸਦੇ ਵੀ ਸਾਨੂੰ ਸਿਮਰਨ ਕਰਨਾ ਪੈਣਾ, ਵੀ ਤੁਹਾਨੂੰ ਅਭਿਆਸ ਕਰਨਾ ਪੈਣਾ। ਜੇ ਤੁਸੀਂ ਸਿਮਰਨ ਕਰੋਗੇ, ਅਭਿਆਸ ਕਰੋਗੇ, ਤੇ ਫਿਰ ਤੁਸੀਂ ਇੱਥੋਂ ਨਿਕਲ ਸਕਦੇ। ਫਿਰ ਜੇ ਤਾਂ ਹੁਣ ਅਸੀਂ ਉਹਨਾਂ ਦਾ ਬਚਨ ਨੇ ਮੰਨਾਂਗੇ ਸਾਧੂਆਂ 'ਚ, ਤੇ ਅਸੀਂ ਇੱਥੋਂ ਨਿਕਲ ਜਾਵਾਂਗੇ। ਜੇ ਹੁਣ ਅਸੀਂ ਬਚਨ ਨਹੀਂ ਮੰਨਦੇ, ਫਿਰ ਅਸੀਂ ਇੱਥੋਂ ਆਜ਼ਾਦ ਨਹੀਂ ਹੋ ਸਕਦੇ, ਕਿਉਂਕਿ ਮਰਜ਼ੀ ਤਾਂ ਸਾਡੀ ਹੈ। ਜੇ ਹੁਣ ਅਸੀਂ ਇੱਥੋਂ ਨਿਕਲਣਾ ਹੀ ਨਹੀਂ ਚਾਹੁੰਦੇ, ਅਸੀਂ ਇਹ ਬੰਦੀ ਖਾਨੇ ਨੂੰ ਛੱਡਣਾ ਹੀ ਨਹੀਂ ਚਾਹੁੰਦੇ, ਸਾਨੂੰ ਇਹ ਬੰਦੀ ਖਾਨਾ ਹੀ ਸੋਹਣਾ ਲੱਗੀ ਜਾਂਦਾ, ਤੇ ਫਿਰ ਇੱਥੋਂ ਸਾਨੂੰ ਕੌਣ ਕੱਢੇ, ਕੌਣ ਇੱਥੋਂ ਲੈ ਕੇ ਜਾਵੇ ਬਾਹਰ। ਉਹਦੇ ਵਾਸਤੇ ਸਾਡੀ ਰਜ਼ਾਮੰਦੀ ਹੋਣੀ ਜ਼ਰੂਰੀ ਹੈ ਵੀ ਅਸੀਂ ਇੱਥੋਂ ਨਿਕਲਣਾ ਚਾਹੁੰਦੇ ਹਾਂ, ਅਸੀਂ ਇਹਨੂੰ ਛੱਡਣਾ ਚਾਹੁੰਦੇ। ਫਿਰ ਉਹ ਨਾਲ ਸਾਡੇ ਮਦਦਗਾਰ ਹੁੰਦੇ, ਸਾਧੂ ਜਨ, ਸੰਤ ਜਨ, ਫਿਰ ਉਹ ਸਾਡੀ ਸਹਾਇਤਾ ਕਰਦੇ ਕਿ ਜਦੋਂ ਅਸੀਂ ਖੁਦ ਰਾਜੀ ਹੁੰਦੇ। ਜੇ ਅਸੀਂ ਹੁਣ ਇੱਥੋਂ ਰਾਜੀ ਨਹੀਂ ਨਿਕਲਣ ਵਾਸਤੇ, ਫਿਰ ਸਾਨੂੰ ਇੱਥੋਂ ਕੋਈ ਨਹੀਂ ਕੱਢ ਸਕਦਾ। ਇਸੇ ਵਾਸਤੇ ਜੀ ਫਿਰ ਮਹਾਰਾਜ ਕਹਿੰਦੇ ਵੀ ਸੱਚਾ ਸਤਿਗੁਰੂ ਵੀ ਫਿਰ ਕੀ ਕਰੇ, ਸੰਤ ਸਾਧੂ ਜਨ ਵੀ ਫਿਰ ਕੀ ਕਰਨਾ,
ਜਦੋਂ ਸਿੱਖਾਂ ਨੇ ਉਹਨਾਂ ਦਾ ਕਹਿਣਾ ਹੀ ਨਹੀਂ ਮੰਨਣਾ, ਜਦੋਂ ਉਹਨਾਂ ਦਾ ਅਸੀਂ ਵਚਨ ਹੀ ਨਹੀਂ ਮੰਨਣਾ। ਫਿਰ ਮਹਾਰਾਜ ਕਹਿੰਦੇ ਕਬੀਰ ਸੱਚਾ ਸਤਿਗੁਰ ਕਿਆ ਕਰੇ, ਜਦ ਸਿੱਖਾਂ ਮਾਹੀ ਚੂਕ, ਆਂਦੇ ਏਕ ਨਾ ਲੱਗੇ ਜੋ ਬਾਂਸ ਵਜਾਈਏ ਫੂਕ। ਬਈ ਫਿਰ ਸੱਚਾ ਸਤਿਗੁਰ ਵੀ ਕੀ ਕਰੇ, ਜਦੋਂ ਸਿੱਖਾਂ ਨੇ ਕਹਿਣਾ ਹੀ ਨਹੀਂ ਮੰਨਣਾ, ਜਦੋਂ ਆਖੇ ਨਹੀਂ ਲੱਗਣਾ, ਜਦੋਂ ਵਚਨ ਹੀ ਨਹੀਂ ਮੰਨਣਾ। ਹੁਣ ਜੇ ਸਤਿਗੁਰ ਨਹੀਂ ਕੁਝ ਕਰ ਸਕਦਾ ਤੇ ਫਿਰ ਸੰਤ ਸਾਧੂ ਮੰਨੀ, ਕਿਉਂਕਿ ਜਦ ਤੱਕ ਅਸੀਂ ਆਪ ਨਹੀਂ ਰਾਜੀ ਇੱਥੋਂ ਨਿਕਲਣ ਵਾਸਤੇ। ਉਹਨਾਂ ਨੇ ਤਾਂ ਸਾਨੂੰ ਸਮਝਾਉਣਾ, ਉਹਨਾਂ ਨੇ ਤਾਂ ਸਾਨੂੰ ਗਿਆਨ ਦੇਣਾ, ਸੋਝੀ ਦੇਣੀ, ਮੰਨਣਾ ਤਾਂ ਅਸੀਂ। ਜੇ ਹੁਣ ਅਸੀਂ ਮੰਨਾਂਗੇ ਤੇ ਅਸੀਂ ਇੱਥੋਂ ਨਿਕਲ ਸਕਦੇ ਹਾਂ, ਜੇ ਹੁਣ ਮੰਨਾਂਗੇ ਹੀ ਨਹੀਂ ਤੇ ਫਿਰ ਇੱਥੋਂ ਸਾਨੂੰ ਕੋਈ ਕੱਢ ਨਹੀਂ ਸਕਦਾ, ਅਸੀਂ ਇੱਥੋਂ ਨਿਕਲ ਨਹੀਂ ਸਕਦੇ। ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਪਹਿਲਾਂ ਆਪ ਰਾਜੀ ਹੋ, ਤੁਸੀਂ ਪਹਿਲਾਂ ਆਪਦਾ ਮਨ ਬਣਾਓ ਵੀ ਅਸੀਂ ਇੱਥੋਂ ਨਿਕਲਣਾ ਚਾਹੁੰਦੇ ਕੈਦ ਦੇ ਵਿੱਚ, ਅਸੀਂ ਇੱਥੋਂ ਯਾਦ ਹੋਣਾ ਚਾਹੁੰਦੇ ਮਾਇਆ ਦੇ ਵਿੱਚ, ਤ੍ਰੈ ਗੁਣਾਂ ਦੇ ਵਿੱਚ। ਸੋ ਇਸ ਵਾਸਤੇ ਫਿਰ ਜਦੋਂ ਅਸੀਂ ਇੱਥੋਂ ਰਾਜੀ ਹੋਵਾਂਗੇ ਨਿਕਲਣ ਵਾਸਤੇ, ਫਿਰ ਅਸੀਂ ਬੇਨਤੀਆਂ ਕਰਾਂਗੇ, ਫਿਰ ਅਸੀਂ ਪੁੱਛਾਂਗੇ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਨਿਕਲਣ ਵਾਸਤੇ, ਸਾਨੂੰ ਦੱਸੋ ਵੀ ਕਿਵੇਂ ਨਿਕਲਿਆ ਜਾਵੇ। ਫਿਰ ਆਪਾਂ ਨੂੰ ਗੁਰਮੁਖ ਦੱਸਦੇ ਵੀ ਤੁਸੀਂ ਹੁਣ ਇਹ ਸ਼ਬਦ ਦਾ ਆਸਰਾ ਮਨ ਨੂੰ ਦੇਵੋ। ਸ਼ਬਦ ਦਾ ਆਸਰਾ ਦੇ ਕੇ ਅਸੀਂ ਇਹ ਮਾਇਆ ਦੇ ਵਿੱਚੋਂ ਮਨ ਨੂੰ ਉਪਠਾ ਸਕਦੇ। ਮਾਰੇ ਫਰਮਾਉਂਦੇ ਜਿਉ ਮੰਦਰ ਕੋ ਥਾਮੇ ਥਮਣ ਤੇ ਗੁਰ ਕਾ ਸ਼ਬਦ ਮਨੇ ਅਸਥਮਣ। ਬਈ ਗੁਰੂ ਦੇ ਸ਼ਬਦ ਦਾ ਮਨ ਨੂੰ ਆਸਰਾ ਦੇ। ਆਓ ਹੁਣ ਜੋ ਸਤਿਗੁਰੂ ਸਾਨੂੰ ਕਹਿ ਰਹੇ ਵੀ ਤੁਸੀਂ ਇੱਥੋਂ ਨਿਕਲਣ ਵਾਸਤੇ ਸਿਮਰਨ ਕਰੋ, ਮਨ ਨੂੰ ਸ਼ਬਦ ਦਾ ਆਸਰਾ ਦੇਵੋ। ਇਹ ਜਦੋਂ ਅਸੀਂ ਸ਼ਬਦ ਦਾ ਆਸਰਾ ਦੇਵਾਂਗੇ, ਸਿਮਰਨ ਕਰਾਂਗੇ ਤੇ ਸਾਡੇ ਮਨ 'ਚ ਆਤਮ ਬਲ ਆਏਗਾ, ਸਾਡੇ ਮਨ ਦੇ ਵਿੱਚ ਸ਼ਕਤੀ ਆਏਗੀ। ਤੇ ਜਦੋਂ ਇਹਦੇ 'ਚ ਆਤਮ ਬਲ ਆਏਗਾ ਫਿਰ ਹੀ ਇੱਥੋਂ ਨਿਕਲ ਸਕਦੇ। ਜੇ ਹੁਣ ਇਹ ਸਿਮਰਨ ਨਹੀਂ ਕਰਦਾ, ਇਹਨਾਂ ਨੇ ਕੀ ਕਰਨਾ, ਕਾਲ ਨੇ ਤੇ ਕਾਲ ਦੇ ਦੂਤਾਂ ਨੇ, ਇਹਨਾਂ ਨੇ ਸਾਨੂੰ ਨਿਰਬਲ ਕਰਨਾ। ਬਈ ਇਹਨਾਂ ਨੂੰ ਇੰਨੇ ਨਿਰਬਲ ਕਰ ਦਿਓ ਵੀ ਇਹਨਾਂ ਦੇ ਵਿੱਚ ਕੋਈ ਬਲ ਹੀ ਨਾ ਰਹੇ, ਕੋਈ ਸ਼ਕਤੀ ਨਾ ਰਹੇ, ਇੱਥੋਂ ਨਿਕਲਣ ਦੀ ਕੋਸ਼ਿਸ਼ ਹੀ ਨਾ ਕਰਨ। ਤੇ ਸੰਤਾਂ ਸਾਧੂਆਂ ਨੇ ਸਾਨੂੰ ਦੱਸਣਾ ਵੀ ਕਿਵੇਂ ਸਾਡੇ ਵਿੱਚ ਆਤਮ ਬਲ ਆਵੇ, ਕਿਵੇਂ ਸ਼ਕਤੀ ਆਵੇ। ਉਹ ਫਿਰ ਆਪਾਂ ਨੂੰ ਕਹਿੰਦੇ ਵੀ ਆਤਮ ਬਲ ਵਾਸਤੇ ਤੁਸੀਂ ਇਹ ਸਿਮਰਨ ਕਰੋ। ਆਓ ਹੁਣ ਜੋ ਸਤਿਗੁਰੂ ਆਪਾਂ ਨੂੰ ਕਹਿ ਰਹੇ ਸਾਸ ਗਿਰਾ ਸਿਮਰਨ ਅਭਿਆਸ ਕਰਨ ਨੂੰ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਹ ਸਿਮਰਨ ਕਰਦੇ ਫਿਰ ਇਹ ਵਿਧੀ ਤਰੀਕਾ ਆਪਾਂ ਅਪਣਾਉਂਦੇ ਹਾਂ ਇੱਥੋਂ ਨਿਕਲਣ ਵਾਸਤੇ, ਬਈ ਤਾਂ ਕਿ ਅਸੀਂ ਇਹ ਬੰਦੀਖਾਨੇ ਵਿੱਚੋਂ ਆਜ਼ਾਦ ਹੋ ਜਾਈਏ। ਨਾਲ ਨਾਲ ਆਪਾਂ ਨੂੰ ਗੁਰਮੁਖ ਜਨ ਗਿਆਨ ਦਿੰਦੇ, ਸੋਝੀ ਦਿੰਦੇ ਬਈ ਕਿਵੇਂ ਅਸੀਂ ਕਿਹੜੀਆਂ ਰਹਿਤਾਂ ਰੱਖ ਕੇ, ਕਿਹੜੇ ਪਰਹੇਜ਼ ਰੱਖ ਕੇ ਇੱਥੋਂ ਨਿਕਲ ਸਕਦੇ। ਇਹ ਆ ਗਏ ਇਹਨਾਂ ਦੂਤਾਂ ਨੇ ਕੀ ਕਰਨਾ ਹੁੰਦਾ, ਕਾਲ ਨੇ ਕੀ ਕਰਨਾ, ਇਹਨਾਂ ਨੇ ਸਾਡੇ ਅੰਦਰ ਦੁਬਦਾ ਪੈਦਾ ਕਰ ਬਈ ਤਾਂ ਕਿ ਇਹਨਾਂ ਦੇ ਅੰਦਰ ਐਸੀ ਦੁਬਦਾ ਪੈਦਾ ਕਰਦੇ ਹੋ ਵੀ ਇੱਕ ਦੂਸਰੇ ਨਾਲ ਵੈਰ ਵਿਰੋਧੀ ਕਰੀ ਜਾਣ, ਇੱਥੋਂ ਨਿਕਲ ਨਾ ਸਕਣ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾ ਦਿੱਤਾ ਵੀ ਆਪਾਂ ਕਿਸੇ ਨਾਲ ਦੁਬਦਾ ਨਹੀਂ ਕਰਨੀ, ਆਪਾਂ ਕਿਸੇ ਦੀ ਨਿੰਦਿਆ ਨਹੀਂ ਕਰਨੀ, ਹਉਮੈ ਤੋਂ ਮਨ ਨੂੰ ਰਹਿਤ ਰੱਖਣਾ ਅਤੇ ਲੋਕ ਲੱਜਾ ਤੋਂ ਉੱਪਰ ਉੱਠ ਕੇ ਪਰਮਾਤਮਾ ਦੇ ਗੁਣ ਗਾਉਣੇ, ਉਹਦੀ ਵਡਿਆਈ ਕਰਨੀ, ਉਹਦਾ ਸਿਮਰਨ ਕਰਨਾ। ਜਦੋਂ ਅਸੀਂ ਨਾਲ ਨਾਲ ਇਹ ਰਹਿਤਾਂ ਰੱਖਾਂਗੇ, ਨਾਲ ਨਾਲ ਸਿਮਰਨ ਕਰਾਂਗੇ, ਇਹ ਐਸੀ ਅਵਸਥਾ ਸੰਸਾਰ 'ਚ ਚੱਲਣਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਅਤੇ ਫਿਰ ਅਸੀਂ ਇੱਥੋਂ ਨਿਕਲ ਸਕਦੇ। ਹੁਣ ਇਹੋ ਸਾਰਾ ਭੇਦ ਫਿਰ ਆਪਾਂ ਨੂੰ ਗੁਰਬਾਣੀ ਗੁਰੂ ਦੁਆਰਾ ਦਿੱਤਾ ਮਹਾਂਪੁਰਖਾਂ ਨੇ, ਬਈ ਕਿਵੇਂ ਅਸੀਂ ਇੱਥੋਂ ਆਜ਼ਾਦ ਹੋ ਸਕਦੇ, ਕਿਵੇਂ ਸਾਡੀ ਬੰਦ ਖਲਾਸੀ ਹੋ ਸਕਦੀ। ਹੁਣ ਉਹਦੇ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਵੱਧ ਤੋਂ ਵੱਧ ਸਿਮਰਨ ਕਰੋ, ਬਹਿੰਦੇ ਉੱਠਦੇ ਚੱਲਦੇ ਫਿਰਦੇ ਨਾਲ ਨਾਲ ਹੀ ਰਹਿਤਾਂ ਰੱਖੋ,
ਜੋ ਸਾਡੇ ਮਨ ਨੂੰ ਦੱਸੀਆਂ ਅਤੇ ਵੱਧ ਤੋਂ ਵੱਧ ਇਹ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰੋ ਅਤੇ ਵੱਧ ਤੋਂ ਵੱਧ ਇਸ ਸੰਗਤ ਕਰੋ ਤਾਂ ਕਿ ਜਿਹੜਾ ਗਿਆਨ ਸਾਨੂੰ ਦ੍ਰਿੜ ਹੋ ਜੇ ਸਾਡੇ ਹਿਰਦੇ 'ਚ ਵਸ ਜੇ ਅਤੇ ਅਸੀਂ ਆਪਦੇ ਜੀਵਨ ਦਾ ਲਾਹਾ ਕੱਢ ਸਕੀਏ। ਸੋ ਗੁਰਮੁਖ ਪਿਆਰਿਓ, ਇਹ ਆਪਾਂ ਜਿੰਨੀ ਵੀ ਵਿਚਾਰ ਕਰਦੇ ਹਾਂ ਰੋਜ਼, ਇਹ ਸਾਰਾ ਆਪਾਂ ਨੂੰ ਗਿਆਨ ਸੋਝੀ ਦਿੱਤੀ ਗੁਰਮੁਖ ਪਿਆਰਿਆਂ ਨੇ, ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ। ਸੋ ਗੁਰਮੁਖ ਜਾਨਾ ਸੰਸਾਰ ਦੇ ਵਿੱਚ ਆ ਕੇ ਇਹੋ ਪਰਉਪਕਾਰ ਕਰਤੀ, ਆਪਣੇ ਭੁੱਲੇ ਭਟਕੇ ਜੀਵਾਂ ਨੂੰ ਪਰਮਾਤਮਾ ਨੂੰ ਮਿਲਾਪ ਦਾ ਰਸਤਾ ਦੱਸਦੇ ਅਤੇ ਮਾਲਕ ਦੇ ਨਾਲ ਹੀ ਮਿਲਾਉਂਦੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਸਭ ਤੋਂ ਵੱਡਾ ਪਰਉਪਕਾਰ ਅਤੇ ਪਰਉਪਕਾਰੀ ਜਨ ਸੰਸਾਰ ਦੇ ਵਿੱਚ ਆਪਣੇ 'ਤੇ ਪਰਉਪਕਾਰ ਕਰਨ ਵਾਸਤੇ ਫਿਰ ਆਉਂਦੇ। ਸੋ ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਜੋ ਆਪਾਂ ਨੂੰ ਗੁਰਮੁਖਾਂ ਨੇ ਗਿਆਨ ਦਿੱਤਾ, ਸੋ ਇਹ ਆਪਾਂ ਫਿਰ ਗਿਆਨ ਨੂੰ ਸੁਣ ਕੇ ਹਿਰਦੇ 'ਚ ਵਸਾਉਣਾ ਹੁੰਦਾ ਤਾਂ ਕਿ ਅਸੀਂ ਆਪਦੇ ਜੀਵਨ ਦਾ ਲਾਹਾ ਕੱਢ ਸਕੀਏ। ਸੋ ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ ਨੇ। ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।